ਗੁਰੂ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਮਨ ਮੋਰ ਦਾ ਮਤਲਬ ਹੈ ਮੇਰੇ ਮਨਾ। ਹੇ ਮੇਰੇ ਮਨਾ, ਤੂੰ ਹਰ ਵਕਤ ਗੁਰੂ 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 ਕਰਦਾ ਰਿਹਾ ਕਰ। ਜਾਂ ਇਸ ਤਰ੍ਹਾਂ ਆਖੀਏ ਵੀ ਹਰ ਵਕਤ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ ਕਰ। ਆਪਣੇ ਮਨ ਨੂੰ ਹੀ ਸਤਿਗੁਰੂ ਜੀ ਸੰਬੋਧਨ ਕਰ ਰਹੇ ਨੇ, ਲੇਕਿਨ ਸਿੱਖਿਆ ਸਾਡੇ ਸਭਨਾਂ ਵਾਸਤੇ ਹੈ। ਜਿਵੇਂ ਸਤਿਗੁਰੂ ਜੀ ਆਪਣੇ ਮਨ ਨੂੰ ਫਰਮਾ ਰਹੇ ਨੇ ਕਿ ਹੇ ਮੇਰੇ ਮਨਾ, ਤੂੰ ਹਰ ਵਕਤ ਗੁਰੂ ਨੂੰ ਯਾਦ ਰੱਖਿਆ ਕਰ, ਉਹਨੂੰ ਕਦੀ ਭੁਲਾਈ ਨਾ। ਇਸੇ ਤਰ੍ਹਾਂ ਅੱਜ ਆਪਾਂ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹਾਂ ਤੇ ਆਪੋ ਆਪਣੇ ਮਨਾਂ ਨੂੰ ਤੁਸੀਂ ਵੀ ਤੇ ਮੈਂ ਵੀ ਸਾਰੇ ਜਣੇ ਇਹੋ ਹੀ ਗੱਲ ਆਖੀਏ ਕਿ ਹੇ ਮੇਰੇ ਮਨਾ, ਤੂੰ ਗੁਰੂ ਨੂੰ ਕਦੇ ਨਾ ਭੁਲਾਈ, ਗੁਰੂ ਨੂੰ ਹਰ ਵਕਤ ਚੇਤੇ ਰੱਖੀ। ਇਹ ਵੀ ਗੱਲ ਆਪਾਂ ਆਪਣੇ ਮਨ ਨੂੰ ਆਖਣੀ ਏ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰੂ ਤੋਂ ਬਿਨਾ ਇਸ ਜ਼ਿੰਦਗੀ ਦੇ ਅੰਦਰ ਮੇਰਾ ਕੋਈ ਹੋਰ ਆਸਰਾ ਨਹੀਂ, ਕੋਈ ਸਹਾਰਾ ਨਹੀਂ। ਹੇ ਮੇਰੇ ਮਨਾ, ਗੁਰੂ ਤੋਂ ਬਿਨਾ ਇਸ ਚੱਲ ਰਹੇ ਸਮੇਂ ਵਿੱਚ ਮੇਰੀ ਕੋਈ ਬਾਂਹ ਫੜਨ ਵਾਲਾ ਨਹੀਂ। ਇਹ ਵੀ ਆਪਾਂ ਆਪਣੇ ਹੀ ਮਨ ਨੂੰ ਆਖਣਾ ਹੈ। ਅੱਗੇ ਗੁਰੂ ਜੀ ਨੇ ਆਖਿਆ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਇ ਨਾ ਮੇਟੈ ਦਾਤ। ਆਪਾਂ ਇਹ ਵੀ ਆਪਣੇ ਮਨ ਨੂੰ ਗੱਲ ਆਖਣੀ ਹੈ ਕਿ ਹੇ ਮੇਰੇ ਮਨਾ, ਤੂੰ ਹਰ ਵਕਤ ਗੁਰੂ ਦੇ ਆਸਰੇ, ਗੁਰੂ ਦੇ ਪਰਨੇ ਰਿਹਾ ਕਰ। ਦਿਨੇ ਰਾਤ ਉਹਦਾ ਹੀ ਸਹਾਰਾ ਤੱਕਿਆ ਕਰ। ਉਸ ਗੁਰੂ ਦੀ ਦਾਤ ਨੂੰ ਕੋਈ ਸੰਸਾਰ ਦੇ ਅੰਦਰ ਮਿਟਾ ਨਹੀਂ ਸਕਦਾ। ਉਹਦੀ ਭਲਾ ਸਭ ਤੋਂ ਵੱਡੀ ਦਾਤ ਕਿਹੜੀ ਹੈ ਜਿਹੜੀ ਉਹਨੇ ਸਾਨੂੰ ਸੰਸਾਰਿਕ ਲੋਕਾਂ ਨੂੰ ਬਖਸ਼ੀ ਹੈ, ਇਕੱਲਿਆਂ ਸਿੱਖਾਂ ਨੂੰ ਨਹੀਂ, ਸਮੁੱਚੀ ਮਾਨਵਤਾ ਨੂੰ। ਸਤਿਗੁਰੂ ਜੀ ਦੇ ਕੋਲ ਸਭ ਤੋਂ ਵੱਡੀ ਜਿਹੜੀ ਦਾਤ ਹੈ ਉਹ ਹੈ ਗਿਆਨ। ਗਿਆਨ ਤੋਂ ਵੱਡੀ ਦੁਨੀਆ ਵਿੱਚ ਕੋਈ ਚੀਜ਼ ਨਹੀਂ ਹੁੰਦੀ। ਗਿਆਨ ਹੀ ਸਾਨੂੰ ਚੰਗਾ ਇਨਸਾਨ ਬਣਾਉਂਦਾ ਹੈ ਤੇ ਗਿਆਨਹੀਨਤਾ ਉਹ ਸਾਨੂੰ ਮੂਰਖ ਬਣਾਉਂਦੀ ਹੈ। ਗਿਆਨ ਹੀ ਹੈ ਜਿਹੜਾ ਸਾਨੂੰ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਚੜ੍ਹਾ ਦਿੰਦਾ ਹੈ। ਅਗਿਆਨਤਾ ਹੈ ਜਿਹੜੀ ਸਾਨੂੰ ਸੰਸਾਰ ਵਿੱਚ ਭਟਕਣਾ ਵਿੱਚ ਪਾ ਕੇ ਤੇ ਸਾਡੀ ਜ਼ਿੰਦਗੀ ਨੂੰ ਬਰਬਾਦ ਕਰਦੀ ਹੈ। ਗੁਰੂ ਨੇ ਸਾਨੂੰ ਗਿਆਨ ਬਖਸ਼ਿਆ। ਇਹ ਗੁਰੂ ਦੀ ਜਿਹੜੀ ਵੱਡੀ ਅਗੰਮੀ ਦਾਤ ਹੈ, ਗੁਰੂ ਦਾ ਬਖਸ਼ਿਆ ਹੋਇਆ ਗਿਆਨ, ਇਸ ਨੂੰ ਦੁਨੀਆ ਦੇ ਅੰਦਰ ਕੋਈ ਮਿਟਾ ਨਹੀਂ ਸਕਦਾ। ਜਿਸ ਵੀ ਕਿਸੇ ਮਨੁੱਖ ਦੇ ਕੋਲ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਹੋਏਗਾ, ਉਹ ਗੁਰੂ ਦੇ ਗਿਆਨ ਨੂੰ ਪਾ ਕੇ ਆਪਣੀ ਜ਼ਿੰਦਗੀ ਨੂੰ ਗੁਰੂ ਦੇ ਗਿਆਨ ਮੁਤਾਬਕ ਢਾਲੇਗਾ, ਉਹਨੂੰ ਮੌਤ ਵੀ ਨਹੀਂ ਫੜ ਸਕੇਗੀ। ਇਸ ਤੋਂ ਅੱਗੇ ਸਤਿਗੁਰਾਂ ਨੇ ਇੱਕ ਬਚਨ ਹੋਰ ਆਖਿਆ ਰਹਾਉ ਵਾਲੀਆਂ ਪੰਕਤੀਆਂ ਵਿੱਚ, ਗੁਰ ਪਰਮੇਸ਼ਰ ਏਕੋ ਜਾਨ। ਇਹ ਵੀ ਅੱਜ ਆਪਾਂ ਗੱਲ ਆਪਣੇ ਮਨ ਨੂੰ ਆਖਣੀ ਹੈ ਕਿ ਹੇ ਮੇਰੇ ਮਨਾ, ਤੂੰ ਗੁਰੂ ਨੂੰ ਤੇ ਪਰਮਾਤਮਾ ਨੂੰ ਇੱਕ ਰੂਪ ਜਾਣਿਆ ਕਰ। ਕਦੀ ਫਰਕ ਨਹੀਂ ਕਰਨਾ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਤੇ ਆਕਾਰ ਹੈ, ਪਰਮਾਤਮਾ ਤੇ ਨਿਰਾਕਾਰ ਹੈ। ਗੁਰੂ ਗ੍ਰੰਥ ਸਾਹਿਬ ਤੇ ਪਰਮਾਤਮਾ ਇੱਕ ਕਿਵੇਂ ਹੋ ਗਏ, ਇਹ ਨਹੀਂ ਸੋਚਣਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਸਾਡੇ ਗਿਆਨ ਦਾਤਾ ਹਨ। ਜਿਹੜਾ ਸਾਨੂੰ ਗਿਆਨ ਮਿਲਦਾ ਹੈ ਉਹ ਕਿਸੇ ਆਕਾਰ ਤੋਂ ਹੀ ਮਿਲਦਾ ਹੈ।
ਇੱਕ ਵਕਤ ਸੀ ਜਦੋਂ ਗੁਰੂ ਸਾਹਿਬ ਸਰੀਰ ਕਰਕੇ ਸਾਡੇ ਵਿੱਚ ਮੌਜੂਦ ਸਨ ਤੇ ਸਾਨੂੰ ਉਹ ਆਪਣੀ ਰਸਨਾ ਤੋਂ ਬੋਲ ਕੇ ਗਿਆਨ ਦੀ ਬਖਸ਼ਿਸ਼ ਕਰਿਆ ਕਰਦੇ ਸਨ। ਇੱਕ ਵਕਤ ਆਇਆ ਜਦੋਂ ਉਹਨਾਂ ਨੇ ਉਹ ਸਾਰੇ ਗੁਰੂ ਗਿਆਨ ਨੂੰ ਆਦਿ ਬੀੜ ਸਾਹਿਬ ਦੇ ਅੰਦਰ ਇੱਕੋ ਥਾਂ ਤੇ ਇਕੱਠਿਆਂ ਕਰਕੇ ਮਾਨਵਤਾ ਦੇ ਭਲੇ ਵਾਸਤੇ ਅਖੀਰ ਉਸ ਆਦਿ ਬੀੜ ਸਾਹਿਬ ਨੂੰ ਗੁਰੂ ਦੀ ਪਦਵੀ ਤੇ ਸੁਸ਼ੋਭਿਤ ਕਰ ਦਿੱਤਾ। ਸੋ ਸਾਡਾ ਗੁਰੂ ਕੌਣ ਹੈ? ਗਿਆਨ। ਸਾਡਾ ਗੁਰੂ ਕੋਈ ਆਕਾਰ ਨਹੀਂ, ਹੁਣ ਵੀ ਵੇਖਣ ਨੂੰ ਆਕਾਰ ਜਾਪਦਾ ਹੈ। ਇਹਦੇ ਵਿੱਚ ਜਿਹੜਾ ਗਿਆਨ ਹੈ ਉਹ ਸਾਡਾ ਗੁਰੂ ਹੈ। ਗੁਰਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ। ਬਾਣੀ ਮੈਨੇ ਗੁਰੂਆਂ ਦਾ ਬਖਸ਼ਿਆ ਹੋਇਆ ਗਿਆਨ, ਉਹ ਸਾਡਾ ਗਿਆਨ ਗੁਰੂ ਹੈ। ਤੇ ਉਸ ਗਿਆਨ ਗੁਰੂ ਨੂੰ ਤੇ ਪਰਮਾਤਮਾ ਨੂੰ ਕਦੀ ਵੱਖਰਾ ਨਹੀਂ ਜਾਣਨਾ। ਜੋ ਤਿਸ ਭਾਵੈ ਸੋ ਪਰਵਾਨ। ਗੁਰੂ ਅਤੇ ਪਰਮੇਸ਼ਵਰ ਦੋਵੇਂ ਇੱਕ ਰੂਪ ਹੁੰਦੇ ਨੇ। ਜੋ ਉਸ ਗੁਰੂ ਨੂੰ, ਗੁਰੂ ਪਰਮੇਸ਼ਵਰ ਨੂੰ ਚੰਗਾ ਲੱਗਦਾ ਹੈ, ਉਹ ਹੀ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਗੁਰੂ ਦਾ ਬਚਨ ਪਰਮਾਤਮਾ ਦੇ ਦਰ ਤੇ ਕਦੇ ਮੋੜਿਆ ਨਹੀਂ ਜਾਂਦਾ। ਜੋ ਗੁਰੂ ਦੇ ਮੁਖ ਚੋਂ ਨਿਕਲਿਆ ਹੋਇਆ ਗਿਆਨ ਹੈ, ਉਹ ਗਿਆਨ ਅਸਲ ਵਿੱਚ ਧੁਰ ਕੀ ਬਾਣੀ ਆਈ ਹੈ, ਪਰਮੇਸ਼ਵਰ ਵੱਲੋਂ ਹੀ ਆਇਆ ਹੈ। ਤੇ ਗੁਰੂਆਂ ਨੂੰ ਇੱਕ ਜਰੀਆ ਬਣਾ ਕੇ, ਇੱਕ ਸਾਧਨ ਬਣਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਗਿਆਨ ਜੋ ਮਾਨਵਤਾ ਦੇ ਭਲੇ ਵਾਸਤੇ ਹੈ, ਉਹਨੂੰ ਸਾਡੇ ਤੱਕ ਪਹੁੰਚਾਇਆ ਗੁਰੂਆਂ ਦੀ ਰਾਹੀਂ, ਮਹਾਂਪੁਰਸ਼ਾਂ ਭਗਤਾਂ ਦੀ ਰਾਹੀਂ। ਸੋ ਇਸ ਲਈ ਭਾਈ ਅੱਜ ਆਪਾਂ ਜਿੰਨੇ ਵੀ ਭੈਣ ਭਰਾ ਸਤ ਸੰਗਤ ਵਿੱਚ ਆਏ ਆ, ਸਾਰਿਆਂ ਨੇ ਇੱਕ ਗੱਲ ਪਹਿਲਾਂ ਪੱਕੀ ਮਨ ਵਿੱਚ ਬਿਠਾ ਲੈਣੀ ਹੈ ਕਿ ਗੁਰੂ ਤੇ ਪਰਮਾਤਮਾ ਵਿੱਚ ਕੋਈ ਭਿੰਨ ਭੇਦ ਨਹੀਂ। ਜੋ ਗੁਰੂ ਆਖੇ ਉਹ ਪਰਮਾਤਮਾ ਦੇ ਬੋਲ ਹਨ ਤੇ ਉਹ ਬੋਲ ਰੱਬੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਨੇ। ਉਹਨਾਂ ਬੋਲਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਅਪਣਾ ਕੇ ਆਪਣਾ ਜੀਵਨ ਸਫਲ ਬਣਾਉਣਾ ਹੈ। ਭਾਈ ਸਾਹਿਬ ਸ਼ਬਦ ਭਾਈ ਗੁਰਦਾਸ ਜੀ ਦੀ ਵਾਰ ਵਿੱਚੋਂ, ਪੌੜੀ ਵਿੱਚੋਂ ਗਾ ਰਹੇ ਸਨ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਹ ਡੀਨਾ। ਉਹ ਡੀਨਾ ਦਾ ਮਤਲਬ ਹੁੰਦਾ ਜਿਹੜੇ ਉਦਾਸ ਹੋ ਗਏ ਹੁਣ ਆਪਣੇ ਜੀਵਨ ਤੋਂ, ਜਿਹੜੇ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਗਏ ਹੋਣ, ਜਿਨ੍ਹਾਂ ਨੂੰ ਕੋਈ ਸਹਾਰਾ ਜੀਵਨ ਵਿੱਚ ਨਾ ਮਿਲ ਰਿਹਾ ਹੋਵੇ, ਉਹੋ ਜਿਹੇ ਲੋਕ, ਜਿਨ੍ਹਾਂ ਨੂੰ ਤੁਸੀਂ ਡਿਪਰੈਸ਼ਨ ਵਿੱਚ ਗਏ ਹੋਏ ਆਖਦੇ ਹੋ, ਉਹੋ ਜਿਹੇ ਲੋਕ ਜੇ ਉਹ ਗੁਰੂ ਦੀ ਸੰਗਤ ਵਿੱਚ ਆ ਜਾਣ, ਗੁਰੂ ਦੇ ਗਿਆਨ ਨੂੰ ਜੀਵਨ ਵਿੱਚ ਅਪਣਾ ਲੈਣ, ਤੇ ਗੁਰੂ ਕੋਲ ਇੰਨੀ ਵੱਡੀ ਸਮਰੱਥਾ ਹੈ ਗੁਰੂ ਦੇ ਗਿਆਨ ਕੋਲ ਕਿ ਉਹ ਇਹੋ ਜਿਹੇ ਲੋਕਾਂ ਨੂੰ ਵੀ ਜੀਵਨ ਮੁਕਤ ਕਰਨ ਦੀ ਸਮਰੱਥਾ ਰੱਖਦਾ। ਭਾਈ ਸੰਤੋਖ ਸਿੰਘ ਨੇ ਬੜੇ ਸੋਹਣੇ ਬਚਨ ਲਿਖੇ ਨੇ ਇਤਿਹਾਸ, ਜਦੋਂ ਉਹਨਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਲਿਖਿਆ ਹੈ। ਉਹਨਾਂ ਨੇ ਆਖਿਆ ਕਿ ਕੋਈ ਵੀ ਇਹੋ ਜਿਹਾ ਮਨੁੱਖ ਜਿਹੜਾ ਜ਼ਿੰਦਗੀ ਤੋਂ ਨਿਰਾਸ਼ ਤੇ ਉਦਾਸ ਹੋ ਗਿਆ ਹੋਵੇ, ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਆ ਜਾਏ। ਉਹਨਾਂ ਨੇ ਆਖਿਆ, ਗਿਣਤੀ ਕਿਆ ਗਿਣਤੀ ਹੈ ਇਹਾਂ ਛਡਾਵਨ, ਨਿਕਟ ਨਾ ਦੇਉ ਦੂਤ ਜਮ ਆਵਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਜਾਈਏ ਤੇ ਇੱਥੇ ਜਿਹੜੀ ਉਹ ਬੰਦੀ ਵਿੱਚੋਂ ਉਹਨਾਂ ਨੇ ਹਿੰਦੂ ਰਾਜਿਆਂ ਨੂੰ, ਕੋਈ ਸਾਧੂਆਂ ਸੰਤਾਂ ਨੂੰ, ਜਿਹੜੇ ਗਵਾਲੀਅਰ ਦੇ ਕਿਲੇ ਵਿੱਚ ਬੜੇ ਲੰਮੇ ਅਰਸੇ ਤੋਂ ਬੰਦ ਸਨ ਤੇ ਜਿਨ੍ਹਾਂ ਦੀਆਂ ਸਿਰਫ ਲਾਸ਼ਾਂ ਹੀ ਬਾਹਰ ਨਿਕਲਣੀਆਂ ਸਨ, ਜਿਉਂਦੇ ਕਦੇ ਨਹੀਂ ਸੀ ਉਹਨਾਂ ਬਾਹਰ ਨਿਕਲਣਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਸਾਰਿਆਂ ਨੂੰ ਵੀ ਰਿਹਾ ਕਰਵਾਇਆ। ਤੇ ਭਾਈ ਸੰਤੋਖ ਸਿੰਘ ਲਿਖਦੇ ਨੇ, ਜੇਕਰ ਕੋਈ ਗੁਰੂ ਦਾ ਸਿੱਖ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਜਾਏ ਤੇ ਗਵਾਲੀਅਰ ਦੀ ਕੈਦ ਵਿੱਚੋਂ ਛੁਡਾਣਾ ਉਹਨਾਂ ਵਾਸਤੇ ਕਿਹੜਾ ਔਖਾ ਕੰਮ ਹੈ। ਉਹ ਤੇ ਤੁਹਾਨੂੰ ਜਮਾਂ ਦੀ ਫਾਹੀ ਤੋਂ ਵੀ ਛੁਡਾ ਸਕਦੇ ਨੇ।
ਨਿਕਟ ਨਾ ਦਿਓ ਦੂਤ ਜਮ ਆਵਣ। ਜਮਾਂ ਦੇ ਦੂਤਾਂ ਨੂੰ ਉਹ ਤੁਹਾਡੇ ਨੇੜੇ ਵੀ ਨਹੀਂ ਆਉਣ ਦੇਣਗੇ ਜੇਕਰ ਤੁਸੀਂ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਓ। ਤੇ ਸਤਿਗੁਰੂ ਦੀ ਸ਼ਰਨ ਪਤਾ ਹੈ ਕੀ ਹੁੰਦਾ ਜੀ? ਇਹ ਨਹੀਂ ਵੀ ਆਏ ਤੇ ਮੱਥਾ ਟੇਕਿਆ, ਪ੍ਰਸ਼ਾਦ ਲਿਆ ਤੇ ਚਲੇ ਗਏ, ਅਸੀਂ ਗੁਰੂ ਜੀ ਨੂੰ ਮੱਥਾ ਟੇਕ ਆਏ ਤੇ ਗੁਰੂ ਦੀ ਸ਼ਰਨ ਹੋ ਗਈ ਏ। ਇਹ ਭਲੀ ਗੱਲ ਏ, ਚੰਗਾ ਕਰਮ ਏ, ਮਾੜਾ ਨਹੀਂ ਹੈ ਇਹ, ਸਾਨੂੰ ਇਹ ਕਰਨਾ ਚਾਹੀਦਾ ਹੈ। ਲੇਕਿਨ ਗੁਰੂ ਦੀ ਸ਼ਰਨ ਸਹੀ ਅਰਥਾਂ ਵਿੱਚ ਹੁੰਦੀ ਏ ਆਪਣਾ ਆਪਾ ਗੁਰੂ ਦੇ ਸਮਰਪਿਤ ਕਰ ਦੇਣਾ ਤੇ ਆਖਣਾ ਕਿ ਹੈ ਸਤਿਗੁਰੂ, ਤੇਰੇ ਤੋਂ ਬਿਨਾ ਹੁਣ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਕੋਈ ਹੋਰ ਕਿਸੇ ਦਾ ਸਹਾਰਾ ਨਹੀਂ। ਤੂੰ ਹੀ ਮੇਰੀ ਬਾਹ ਫੜਨੀ ਹੈ ਸੁੱਖਾਂ ਵਿੱਚ ਵੀ ਤੇ ਦੁੱਖਾਂ ਵਿੱਚ ਵੀ। ਜਦੋਂ ਅਸੀਂ ਆਪਣਾ ਆਪਾ ਗੁਰੂ ਦੇ ਸਮਰਪਿਤ ਕਰ ਦਿੰਦੇ ਆ ਤੇ ਗੁਰੂ ਦਾ ਗਿਆਨ ਲੈ ਕੇ ਆਪਾਂ ਜ਼ਿੰਦਗੀ ਜੀਵਨ ਜਿਉਂਦੇ ਆ ਤੇ ਫਿਰ ਗੁਰੂ ਇਸ ਸੰਸਾਰਕ ਬੰਧਨਾਂ ਤੋਂ ਹੀ ਕੀ, ਕੇਵਲ ਵਿਕਾਰਾਂ ਤੋਂ ਹੀ ਕੀ, ਉਹ ਸਾਨੂੰ ਮੌਤ ਤੋਂ ਵੀ ਆਜ਼ਾਦ ਕਰਵਾ ਦਿੰਦਾ। ਗੁਰੂ ਸਾਨੂੰ ਆਤਮਿਕ ਜੀਵਨ ਦਿੰਦਾ ਜਿਹੜਾ ਜਿਸ ਨੂੰ ਸਦ ਜੀਵਨ ਗੁਰਬਾਣੀ ਵਿੱਚ ਆਖਿਆ। ਉਹ ਸਦਾ ਵਾਸਤੇ ਜੀਵਨ ਮਿਲ ਜਾਂਦਾ ਹੈ ਤੇ ਫਿਰ ਬੰਦਾ ਇਸ ਜਨਮ ਮਰਨ ਦੇ ਗੇੜ ਵਿੱਚ ਕਦੇ ਨਹੀਂ ਪੈਂਦਾ। ਗੁਰੂ ਕਿਵੇਂ ਸਾਨੂੰ ਮੁਕਤ ਕਰਦਾ ਹੈ? ਗੁਰਬਾਣੀ ਦੇ ਵਿੱਚ ਪਾਵਨ ਬਚਨ ਲਿਖੇ ਨੇ, ਜਿਉਂ ਅੰਧੇਰਾ ਦੀਪਕ ਬਾਲੀ ਹੈ ਤਿਉਂ ਗੁਰ ਗਿਆਨ ਅਗਿਆਨ ਤਜਾਏ। ਹਨੇਰੇ ਦੇ ਵਿੱਚ ਜੇ ਦੀਵਾ ਨਾ ਬਾਲਿਆ ਜਾਏ ਤੇ ਹੋਰ ਲੱਖਾਂ ਯਤਨ ਕੀਤੇ ਜਾਣ ਹਨੇਰੇ ਨੂੰ ਕਮਰੇ ਚੋਂ ਬਾਹਰ ਕੱਢਣ ਦੇ, ਹਨੇਰੇ ਨੂੰ ਤੁਸੀਂ ਕਮਰੇ ਚੋਂ ਬਾਹਰ ਨਹੀਂ ਕੱਢ ਪਾਓਗੇ। ਲੱਖਾਂ ਯਤਨ ਕਰ ਲਵੋ, ਨਹੀਂ ਨਿਕਲੇਗਾ ਜਿੰਨਾ ਚਿਰ ਅਸੀਂ ਦੀਵਾ ਨਹੀਂ ਜਗਾਉਂਦੇ। ਸਾਡੇ ਅੰਦਰ ਇਸ ਕਮਰੇ ਵਿੱਚ, ਇਸ ਸਰੀਰ ਰੂਪ ਕਮਰੇ ਵਿੱਚ ਅਗਿਆਨਤਾ ਦਾ ਘੁੱਪ ਹਨੇਰਾ ਛਾਇਆ ਹੋਇਆ ਹੈ। ਉਸ ਅਗਿਆਨਤਾ ਦੇ ਘੁੱਪ ਹਨੇਰੇ ਨੂੰ ਦੂਰ ਕਰਨ ਵਾਸਤੇ ਸਾਨੂੰ ਗੁਰੂ ਦੇ ਗਿਆਨ ਰੂਪ ਦੀਵੇ ਦੀ ਜ਼ਰੂਰਤ ਹੈ। ਜਿੰਨਾ ਚਿਰ ਗੁਰੂ ਦੇ ਗਿਆਨ ਰੂਪ ਦੀਪਕ ਸਾਡੇ ਅੰਦਰ ਨਹੀਂ ਬਲੇਗਾ, ਓਨਾ ਚਿਰ ਸਾਡੇ ਅੰਦਰੋਂ ਇਸ ਕਮਰੇ ਵਿੱਚੋਂ, ਇਸ ਕੋਠੜੀ ਵਿੱਚੋਂ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਹੋਏਗਾ। ਜਿਵੇਂ ਹੀ ਗੁਰੂ ਦੇ ਗਿਆਨ ਦਾ ਦੀਵਾ ਆਪਾਂ ਬਾਲਾਂਗੇ ਤੇ ਉਸ ਗਿਆਨ ਦੀ ਰਾਹੀਂ ਸਤਿਗੁਰੂ ਸਾਡੇ ਤੇ ਕਿਰਪਾ ਕਰਕੇ ਸਾਡੀ ਅਗਿਆਨਤਾ ਦਾ ਨਾਸ਼ ਕਰ ਦੇਣਗੇ। ਇਹ ਹੈ ਹਨੇਰੇ ਵਿੱਚ ਦੀਵਾ ਬਾਲਣਾ। ਆਪਾਂ ਸਾਰੇ ਭੈਣ ਭਰਾ ਇੱਕ ਯਤਨ ਕਰੀਏ ਕਿ ਗੁਰਬਾਣੀ ਨੂੰ ਆਪ ਪਿਆਰ ਨਾਲ ਪੜ੍ਹਿਆ ਕਰੀਏ। ਪੜ੍ਹਦਿਆਂ ਜੇ ਕਈ ਲੋਕ ਜੀ ਸ਼ਿਕਾਇਤ ਜਾਂ ਪ੍ਰਸ਼ਨ ਕਰਦੇ ਨੇ, ਗਿਲਾ ਕਰਦੇ ਨੇ ਕਿ ਸਾਨੂੰ ਤੇ ਇਹਦੀ ਸਮਝ ਹੀ ਨਹੀਂ ਆਉਂਦੀ। ਤੁਸੀਂ ਪਿਆਰ ਨਾਲ ਪੜ੍ਹਨਾ ਸ਼ੁਰੂ ਕਰੋ, ਪਿਆਰ ਨਾਲ, ਬੱਧਾ ਚੱਟੀ ਨਹੀਂ ਭਰਨੀ। ਪਿਆਰ ਨਾਲ ਪੜ੍ਹਨਾ ਸ਼ੁਰੂ ਕਰੋ। ਉਹ ਫਿਰ ਗੁਰੂ ਕੀ ਹੋਇਆ ਜੇ ਤੁਹਾਨੂੰ ਗਿਆਨ ਹੀ ਨਾ ਕਰਵਾ ਸਕਿਆ? ਤੇ ਤੁਸੀਂ ਪਿਆਰ ਨਾਲ ਪੜ੍ਹੋ, ਸਹਿਜੇ ਸਹਿਜੇ ਪੜ੍ਹੋ, ਸਮਝ ਕੇ ਪੜ੍ਹੋ। ਇੱਕ ਵਕਤ ਆਏਗਾ ਕਿ ਤੁਹਾਡੇ ਅੰਦਰੋਂ ਹੀ ਗੁਰੂ ਕੀ ਪਵਿੱਤਰ ਬਾਣੀ ਦੇ ਅਰਥ ਉੱਠਣੇ ਸ਼ੁਰੂ ਹੋ ਜਾਣਗੇ। ਤੁਹਾਨੂੰ ਕਿਤੇ ਬਾਹਰ ਭੱਜਣ ਦੀ ਲੋੜ ਨਹੀਂ ਰਹੇਗੀ। ਲੇਕਿਨ ਸ਼ਰਤ ਉਹ ਹੀ ਹੈ, ਪਿਆਰ ਨਾਲ ਪੜ੍ਹਨਾ, ਸਤਿਕਾਰ ਨਾਲ ਪੜ੍ਹਨਾ, ਮਨ ਲਗਾ ਕੇ ਪੜ੍ਹਨਾ। ਹੌਲੀ ਹੌਲੀ ਅੰਦਰੋਂ ਹੀ ਗਿਆਨ ਪੈਦਾ ਹੋਣਾ ਸ਼ੁਰੂ ਹੋ ਜਾਏਗਾ। ਸੋ ਇਸ ਤਰ੍ਹਾਂ ਆਪਾਂ ਆਪਣੇ ਇਸ ਸਰੀਰ ਰੂਪ ਹਨੇਰੇ ਘਰ ਦੇ ਅੰਦਰ ਗੁਰੂ ਦੇ ਗਿਆਨ ਰੂਪੀ ਦੀਵੇ ਨੂੰ ਬਾਲਣਾ ਹੈ। ਸਾਡੇ ਅੰਦਰੋਂ ਗੁਰੂ ਦਾ ਗਿਆਨ ਰੂਪ ਦੀਵਾ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰੇਗਾ। ਅੱਗੇ ਅਸੀਂ ਥੋੜੀ ਜਿਹੀ ਵਿਚਾਰ ਕਰਨੀ ਹੈ ਦੀਵਾਲੀ ਦੇ ਸੰਬੰਧ ਵਿੱਚ। ਦੀਵਾਲੀ ਜਿਵੇਂ ਸਿਆਣੇ ਲੋਕ ਕਹਿੰਦੇ ਨੇ ਕਿ ਇਹ ਰੋਸ਼ਨੀ ਦਾ ਤਿਉਹਾਰ ਹੈ, ਵੈਸੇ ਹਿੰਦੂ ਸਮਾਜ ਵਿੱਚ ਇਹ ਤਿਉਹਾਰ ਲਕਸ਼ਮੀ ਪੂਜਾ ਦਾ ਹੈ। ਲਕਸ਼ਮੀ ਦਾ ਮਤਲਬ ਇੱਥੇ ਹੈ ਮਾਇਆ, ਮਾਇਆ ਦੀ ਪੂਜਾ ਦਾ ਇਹ ਤਿਉਹਾਰ ਹੈ। ਲੇਕਿਨ ਸਿੱਖ ਜਗਤ ਵਿੱਚ ਮਾਇਆ ਦੀ ਪੂਜਾ, ਲਕਸ਼ਮੀ ਦੀ ਪੂਜਾ ਜਾਂ ਕਿਸੇ ਹੋਰ ਦੀ ਪੂਜਾ ਕਰਨੀ ਵੀ ਵਰਜਿਤ ਹੈ। ਅਸੀਂ ਪੂਜਾ ਕਰਦੇ ਹੀ ਨਹੀਂ ਹਾਂ।
ਜੇ ਕਿਸੇ ਨੇ ਪੂਜਾ ਕਰਨੀ ਹੋਵੇ ਤੇ ਸਤਿਗੁਰੂ ਜੀ ਨੇ ਪੂਜਾ ਕਰਨ ਦਾ ਵਿਧਾਨ ਸਾਨੂੰ ਦਿੱਤਾ ਹੈ, ਤੇ ਉਹ ਵਿਧਾਨ ਹੈ ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਗੁਰਮਤਿ ਇਹ ਗੱਲ ਆਖਦੀ ਹੈ ਕਿ ਪਰਮੇਸ਼ਵਰ ਦਾ ਨਾਮ ਜਪਣ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਪਰਮਾਤਮਾ ਦੀ ਤੁਸੀਂ ਪੂਜਾ ਨਹੀਂ ਕਰ ਸਕਦੇ। ਲਕਸ਼ਮੀ ਦੀ ਪੂਜਾ ਕਰਨੀ ਤੇ ਬੜੀ ਦੂਰ ਦੀ ਗੱਲ ਏ, ਸਿੱਖ ਨੇ ਕਦੇ ਵੀ ਨਹੀਂ ਕਰਨੀ, ਯਾਨੀ ਕਿਸੇ ਦੀ ਵੀ ਪੂਜਾ ਨਹੀਂ ਕਰਨੀ, ਪਰਮੇਸ਼ਵਰ ਦੀ ਕਰਨੀ ਹੈ ਤੇ ਉਹਦਾ ਨਾਮ ਜਪਣਾ। ਇਹੋ ਹੀ ਉਹਦੀ ਸੱਚੀ ਪੂਜਾ ਏ। ਨਾਮ ਜਪਣ ਤੋਂ ਭਾਵ ਇਹ ਨਹੀਂ ਹੁੰਦਾ ਕਿ ਕੱਲਾ ਵਾਹਿਗੁਰੂ ਵਾਹਿਗੁਰੂ ਬੋਲੀ ਜਾਣਾ। ਨਾਮ ਜਪਣ ਤੋਂ ਭਾਵ ਹੁੰਦਾ ਹੈ ਪਰਮੇਸ਼ਵਰ ਨੂੰ ਯਾਦ ਰੱਖਣਾ, ਚੰਗੇ ਕਰਮ ਕਮਾਉਣੇ, ਧਰਮ ਦੀ ਕਿਰਤ ਕਰਨੀ, ਹੇਰਾ ਫੇਰੀਆਂ, ਚੋਰੀਆਂ, ਠੱਗੀਆਂ, ਝੂਠ, ਇਹਨਾਂ ਸਭ ਬਿਮਾਰੀਆਂ ਦਾ ਤਿਆਗ ਕਰਨਾ, ਚੰਗਾ ਜੀਵਨ ਜਿਉਣਾ ਤੇ ਪਰਮਾਤਮਾ ਨੂੰ ਚੇਤੇ ਰੱਖਣਾ, ਲੋੜਵੰਦਾਂ ਦੀ ਸਹਾਇਤਾ ਕਰਨੀ, ਇਸ ਨੂੰ ਜੀ ਨਾਮ ਜਪਣਾ ਆਖਦੇ ਨੇ। ਅਸੀਂ ਦੀਵਾ ਜਗਾਉਣਾ ਹੋਵੇ ਤੇ ਕਿੰਨੀਆਂ ਚੀਜ਼ਾਂ ਦੀ ਲੋੜ ਹੈ। ਦੀਵਾ ਚਾਹੀਦਾ ਹੈ, ਉਹਦੇ ਵਿੱਚ ਬੱਤੀ ਚਾਹੀਦੀ, ਉਹਦੇ ਵਿੱਚ ਤੇਲ ਚਾਹੀਦਾ ਹੈ, ਫਿਰ ਸਾਡੇ ਕੋਲ ਉਹ ਡੱਬੀ ਚਾਹੀਦੀ ਜਿਹਦੇ ਨਾਲ ਅਸੀਂ ਤੀਲੀ ਬਾਲ ਕੇ ਦੀਵੇ ਨੂੰ ਜਗਾ ਸਕਦੇ ਹਾਂ। ਲਾਈਟ ਬਾਅਦ ਵਿੱਚ ਹੋਣੀ ਹੈ, ਪਹਿਲਾਂ ਉਹ 5-7 ਚੀਜ਼ਾਂ ਸਾਨੂੰ ਚਾਹੀਦੀਆਂ ਨੇ। ਇਸੇ ਤਰ੍ਹਾਂ ਨਾਮ ਦਾ ਪ੍ਰਕਾਸ਼ ਬਾਅਦ ਵਿੱਚ ਹੋਣਾ, ਪਹਿਲਾਂ 5-4 ਚੀਜ਼ਾਂ ਸਾਨੂੰ ਚਾਹੀਦੀਆਂ ਨੇ। ਅਸੀਂ ਚੰਗੇ ਇਨਸਾਨ ਹੋਈਏ, ਪਾਪਾਂ ਅਪਰਾਧਾਂ ਤੋਂ ਬਚੇ ਹੋਈਏ, ਅਸੀਂ ਧਰਮ ਦੀ ਕਿਰਤ ਕਰੀਏ, ਅਸੀਂ ਸ਼ੁਭ ਗੁਣਾਂ ਦੇ ਧਾਰਨੀ ਹੋਈਏ, ਤੇ ਫਿਰ ਨਾਮ ਦਾ ਪ੍ਰਕਾਸ਼ ਅੰਦਰ ਹੋਣਾ ਸਹਿ ਸੁਭਾਏ ਸ਼ੁਰੂ ਹੋ ਜਾਂਦਾ ਹੈ। ਸੋ ਦੀਵਾਲੀ ਜਿਹੜੀ ਇਹ ਰੋਸ਼ਨੀ ਦਾ ਤਿਉਹਾਰ ਹੈ, ਤੇ ਰੋਸ਼ਨੀ ਗੁਰਮਤਿ ਵਿੱਚ ਗਿਆਨ ਨੂੰ ਆਖਿਆ ਜਾਂਦਾ ਹੈ। ਇਹ ਮਾਨੋ ਗਿਆਨ ਦਾ ਅਤੇ ਆਪਣੇ ਚੌਗਿਰਦੇ ਇੱਕ ਸਫਾਈ ਕਰਨ ਦਾ ਤਿਉਹਾਰ ਹੈ। ਅਸੀਂ ਕੇਵਲ ਆਪਣੇ 4 ਚੁਫੇਰੇ ਹੀ ਸਫਾਈ ਨਹੀਂ ਕਰਨੀ, ਅਸੀਂ ਕੇਵਲ ਆਪਣੇ ਘਰਾਂ ਵਿੱਚ ਜਾਂ ਘਰਾਂ ਦੇ ਬਨੇਰਿਆਂ ਉੱਤੇ ਲਾਈਟਾਂ ਜਗਾ ਕੇ ਹੀ ਰੋਸ਼ਨੀ ਨਹੀਂ ਕਰਨੀ। ਇਹ ਵੀ ਕਰੋ, ਜਮ ਕਰੋ, ਜੀ ਸਦਕੇ ਕਰੋ, ਕੋਈ ਨਹੀਂ ਮਨਾ ਕਰਦਾ, ਲੇਕਿਨ ਅਸੀਂ ਆਪਣੇ ਅੰਦਰ ਦੀ ਸਫਾਈ ਵੀ ਕਰਨੀ ਹੈ। ਅਸੀਂ ਆਪਣੇ ਇਸ ਹਨੇਰੀ ਕੋਠੜੀ ਵਿੱਚ ਵੀ ਪ੍ਰਕਾਸ਼ ਕਰਨਾ ਹੈ, ਉਹ ਜ਼ਿਆਦਾ ਜ਼ਰੂਰੀ ਹੈ। ਇਹ ਜਿਹੜਾ ਸਾਡਾ ਜੀਵਨ ਹੈ ਨਾ ਜੀ, ਇਹ ਪੂਰਾ ਜੀਵਨ ਹੀ ਇੱਕ ਤਿਉਹਾਰ ਹੈ। ਜੇ ਸਮਝ ਆ ਜਾਏ ਤਾਂ, ਜੇ ਸਮਝ ਨਾ ਆਵੇ, ਇਹ ਸਾਡਾ ਜੀਵਨ ਮੱਸਿਆ ਦੀ ਕਾਲੀ ਰਾਤ ਵਰਗਾ ਹੁੰਦਾ। ਅੱਜ ਮੱਸਿਆ ਹੈ ਜੀ, ਤੇ ਮੱਸਿਆ ਦੀ ਰਾਤ ਬਹੁਤ ਕਾਲੀ ਹੁੰਦੀ ਏ। ਇਹਦੇ ਵਿੱਚ ਚੰਦਰਮਾ ਕਿਸੇ ਵਕਤ ਵੀ ਨਜ਼ਰ ਨਹੀਂ ਆਉਂਦਾ। ਜੇ ਜੀਵਨ ਵਿੱਚ ਗੁਰੂ ਦਾ ਬਖਸ਼ਿਆ ਗਿਆਨ ਨਾ ਹੋਇਆ, ਤੇ ਸਾਡਾ ਸਾਰਾ ਜੀਵਨ ਹੀ ਇਸ ਮੱਸਿਆ ਦੀ ਕਾਲੀ ਬੋਲੀ ਰਾਤ ਵਰਗਾ ਬਣ ਜਾਣਾ ਹੈ। ਤੇ ਜੇ ਅਸੀਂ ਗੁਰੂ ਦੇ ਗਿਆਨ ਦਾ ਅੰਦਰ ਦੀਵਾ ਜਗਾ ਪਾਏ, ਤੇ ਫਿਰ ਸਾਡਾ ਸਾਰਾ ਜੀਵਨ ਹੀ ਰੁਸ਼ਨਾ ਜਾਣਾ ਹੈ। ਸਾਡਾ ਸਾਰਾ ਜੀਵਨ ਹੀ ਇੱਕ ਤਿਉਹਾਰ ਬਣ ਜਾਣਾ ਹੈ। ਸੋ ਆਪਾਂ ਯਤਨ ਕਰਨਾ ਹੈ ਕਿ ਆਪਾਂ ਆਪਣੀ ਜ਼ਿੰਦਗੀ ਦੇ ਅੰਦਰ ਗੁਰੂ ਦੇ ਗਿਆਨ ਰੂਪ ਦੀਵੇ ਨੂੰ ਬਾਲ ਸਕੀਏ। ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ, ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਵੇਦ ਪਾਠ ਦਾ ਮਤਲਬ ਹੁੰਦਾ ਹੈ ਜਿਹੜੇ ਧਾਰਮਿਕ ਗ੍ਰੰਥ ਨੇ, ਜਿਹੜਾ ਉਹਨਾਂ ਦਾ ਪਠਨ ਪਾਠਨ ਕਰਨਾ ਹੈ, ਤੇ ਉਹਦੇ ਅਨੁਸਾਰ ਜਿਹੜੀ ਮੱਤ ਬੰਦੇ ਦੀ ਢਲ ਜਾਂਦੀ ਏ, ਉਹ ਮੱਤ ਪਾਪਾਂ ਨੂੰ ਖਾ ਜਾਂਦੀ ਏ। ਆਪਾਂ ਪਿਛਲੇ ਦਿਨੀ ਸਮਝਿਆ ਸੀ ਕਿ ਪਾਪ ਉਹ ਹੁੰਦੇ ਨੇ ਜਿਹੜੇ ਸਾਡੇ ਅੰਦਰ ਹੁੰਦੇ ਨੇ, ਵਿਚਾਰ, ਸੋਚ ਸਾਡੀ, ਜਿਹਦੇ ਰਾਹੀਂ ਅਸੀਂ ਸੋਚਦੇ ਹਾਂ ਕਿ ਫਲਾਣੇ ਬੰਦੇ ਦਾ ਨੁਕਸਾਨ ਕਰਨਾ ਹੈ। ਉਹ ਜਿਹੜਾ ਅਸੀਂ ਸੋਚ ਰਹੇ ਹਾਂ ਨਾ, ਫਲਾਣੇ ਬੰਦੇ ਦਾ ਨੁਕਸਾਨ ਕਰਨਾ ਹੈ, ਉਸ ਦੀ ਬੇਇੱਜ਼ਤੀ ਕਰਨੀ, ਉਹਦਾ ਕੰਮ ਵਿਗਾੜ ਦੇਣਾ ਹੈ, ਉਹ ਅਸਲ 'ਚ ਪਾਪ ਹੁੰਦਾ ਹੈ। ਉਹ ਪਾਪ ਆਪਾਂ ਨਹੀਂ ਕਰਨਾ। ਜਦੋਂ ਉਹ ਪਾਪ ਕੋਈ ਬੰਦਾ ਕਰਦਾ ਹੈ, ਤੇ ਉਸ ਪਾਪ ਨੂੰ ਜਦੋਂ ਉਹ ਕਰਮ ਵਿੱਚ ਲਿਆਉਂਦਾ, ਉਹ ਅਪਰਾਧ ਬਣ ਜਾਂਦਾ। ਉਸ ਅਪਰਾਧ ਦੀ ਫਿਰ ਸਾਨੂੰ ਸਜ਼ਾ ਮਿਲਦੀ, ਉਸ ਸਜ਼ਾ ਤੋਂ ਸਾਨੂੰ ਦੁੱਖ ਪਹੁੰਚਦਾ ਹੈ। ਤੇ ਗੁਰੂ ਸਾਹਿਬ ਆਖਦੇ ਨੇ, ਜੇ ਤੁਸੀਂ ਧਾਰਮਿਕ ਗ੍ਰੰਥ ਪੜ੍ਹੋ, ਉਹਨਾਂ ਦੇ ਮੁਤਾਬਕ ਤੁਸੀਂ ਆਪਣੀ ਮੱਤ ਢਾਲ ਲਵੋ, ਤੇ ਤੁਹਾਡੀ ਉਹ
ਧਰਮ ਗ੍ਰੰਥਾਂ ਦੇ ਪਠਨ ਪਾਠਨ ਦੁਆਰਾ ਜਿਹੜੀ ਢਲੀ ਹੋਈ ਮਾਤਿਓ ਪਾਪਾਂ ਨੂੰ ਹੀ ਖਾ ਜਾਏਗੀ। ਉਹ ਤੁਹਾਡੇ ਅੰਦਰ ਮਾੜਾ ਗਲਤ ਫੁਰਨਾ ਉੱਠਣ ਹੀ ਨਹੀਂ ਦੇਵੇਗੀ। ਅੱਗੇ ਬੜੀ ਸੋਹਣੀ ਉਦਾਹਰਣ ਲਈ ਹੈ ਗੁਰੂ ਜੀ ਨੇ, ਉਗਵੈ ਸੂਰ ਨਾ ਜਾਪੈ ਚੰਦ। ਜਿਵੇਂ ਸੂਰਜ ਆਕਾਸ਼ ਵਿੱਚ ਆ ਜਾਂਦਾ ਦਿਨ ਚੜੇ, ਤੇ ਭਾਵੇਂ ਚੰਦਰਮਾ ਆਕਾਸ਼ ਵਿੱਚ ਹੀ ਹੋਵੇ, ਭਾਵੇਂ ਅਣਗਿਣਤ ਤਾਰੇ ਆਕਾਸ਼ ਵਿੱਚ ਹੀ ਹੋਣ, ਪਰ ਉਹ ਫਿਰ ਨਜ਼ਰ ਤਾਂ ਨਹੀਂ ਆਉਂਦੇ। ਇਸੇ ਤਰ੍ਹਾਂ ਜਿਵੇਂ ਸੂਰਜ ਦੇ ਚੜ੍ਹਨ ਨਾਲ ਚੰਦ ਤੇ ਸਿਤਾਰੇ ਓਲੇ ਹੋ ਜਾਂਦੇ ਨੇ, ਸੂਰਜ ਦੇ ਪ੍ਰਕਾਸ਼ ਵਿੱਚ ਉਹ ਨਜ਼ਰ ਨਹੀਂ ਆਉਂਦੇ, ਇਸੇ ਤਰ੍ਹਾਂ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਜਿੱਥੇ ਗੁਰੂ ਦੀ ਪਵਿੱਤਰ ਬਾਣੀ ਦਾ ਬਖਸ਼ਿਆ ਹੋਇਆ ਗਿਆਨ ਪੈਦਾ ਹੋ ਜਾਏ, ਪ੍ਰਕਾਸ਼ਮਾਨ ਹੋ ਜਾਏ, ਉੱਥੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ। ਤੇ ਜੀ ਜਿਹੜਾ ਗੁਰੂ ਹੁੰਦਾ ਉਹਦੇ ਅਰਥ ਹੀ ਇਹ ਹੁੰਦੇ ਨੇ, ਗੁਰੂ ਦੇ ਅਰਥ ਹੀ ਇਹ ਹੁੰਦੇ ਨੇ ਕਿ ਉਹ ਸਾਡੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰਦਾ ਹੈ ਤੇ ਗਿਆਨ ਦਾ ਪ੍ਰਕਾਸ਼ ਕਰਦਾ। ਗੁਰੂ ਦੇ ਅਰਥ ਹੀ ਇਹ ਹੁੰਦੇ ਨੇ। ਸੋ ਆਪਾਂ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਹਰ ਵਕਤ ਗੁਰੂ ਗੁਰੂ ਕਰਦੇ ਰਹਿਣਾ ਹੈ, ਹਰ ਵਕਤ ਗੁਰੂ ਦਾ ਪੱਲਾ ਫੜੀ ਰੱਖਣਾ, ਉਹਨੂੰ ਕਿਸੇ ਵਕਤ ਵੀ ਨਹੀਂ ਭੁਲਾਉਣਾ। ਵਾਹਿਗੁਰੂ ਵਾਹਿਗੁਰੂ ਆਖਦੇ ਰਹਿਣਾ ਹੈ। ਉਸ ਤੋਂ ਬਿਨਾਂ ਸਾਡੀ ਜ਼ਿੰਦਗੀ ਦਾ ਹੋਰ ਕੋਈ ਆਸਰਾ ਤੇ ਸਹਾਰਾ ਨਹੀਂ ਹੋਣਾ ਚਾਹੀਦਾ। ਜਦੋਂ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਸਾਡੇ ਅੰਦਰੋਂ ਗੁਰੂ ਕਿਰਪਾ ਕਰਕੇ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਦੇਣਗੇ, ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋਏਗਾ। ਤੇ ਫਿਰ ਕੀ ਹੋਏਗਾ? ਸਾਡੀ ਮਨਾਈ ਹੋਈ ਦੀਵਾਲੀ ਤੇ ਸਾਡਾ ਮਨਾਇਆ ਹੋਇਆ ਬੰਦੀ ਛੋੜ ਦਿਵਸ, ਇਹ ਦੋਵੇਂ ਹੀ ਸੁਚੱਜੇ ਢੰਗ ਦੇ ਨਾਲ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਜਾਣਗੇ, ਸਫਲ ਹੋ ਜਾਣਗੇ। ਜੇ ਅਸੀਂ ਆਪਣੇ ਅੰਦਰੋਂ ਵਿਕਾਰਾਂ ਦੇ ਪਾਪਾਂ ਨੂੰ ਨਾ ਕੱਢ ਸਕੇ, ਜੇ ਅਸੀਂ ਆਪਣੇ ਚੌਗਿਰਦੇ ਨੂੰ ਹੀ ਸਾਫ਼ ਕਰਦੇ ਰਹੇ ਤੇ ਅੰਦਰ ਨਾ ਸਾਫ਼ ਕੀਤਾ, ਜੇ ਅਸੀਂ ਆਪਣੇ ਬਾਹਰ ਹੀ ਲਾਈਟਾਂ ਜਗਾਉਂਦੇ ਰਹੇ, ਅੰਦਰ ਗਿਆਨ ਦਾ ਪ੍ਰਕਾਸ਼ ਨਾ ਹੋਇਆ, ਤੇ ਫਿਰ ਸਮਝ ਲੈਣਾ ਇਹ ਦਿਨ ਤਿਉਹਾਰ ਮਨਾਏ ਸਾਡੇ ਸਫਲ ਨਹੀਂ ਹੋਣਗੇ। ਸੋ ਅੱਜ ਭਾਈ ਤੁਸੀਂ ਇੰਨੇ ਬਚਨ ਪ੍ਰਵਾਨ ਕਰਨਾ। ਕੱਲ ਨੂੰ ਸ਼ੁੱਕਰਵਾਰ ਹੈ, ਦੀਵਾਨ ਸ਼ਾਮ ਨੂੰ ਸਜਦਾ 7 ਤੋਂ 9 ਵਜੇ ਤੱਕ। ਸਾਰੀ ਸੰਗਤ ਨੂੰ ਬੇਨਤੀ ਹੈ ਪਹੁੰਚਿਆ ਕਰੋ। ਸਤਿਕਾਰਯੋਗ ਭਾਈ ਸੁਰਜੀਤ ਸਿੰਘ ਆਏ ਨੇ, ਇਹਨਾਂ ਨੇ 1 ਮਹੀਨਾ ਇੱਥੇ ਕੀਰਤਨ ਦੁਆਰਾ ਸਿੱਖ ਸੰਗਤ ਦੀ ਸੇਵਾ ਕਰਨੀ ਹੈ। ਉਹ ਬੜੇ ਪਿਆਰ ਨਾਲ ਕੀਰਤਨ ਕਰਦੇ ਨੇ। ਤੁਸੀਂ ਜ਼ਰੂਰ ਪਹੁੰਚਿਆ ਕਰੋ ਤਾਂ ਜੋ ਆਪਾਂ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦਾ ਪਾਠ ਸੁਣ ਕੇ ਆਪਣੇ ਜੀਵਨ ਨੂੰ ਸਫਲ ਜੀਵਨ ਬਣਾ ਸਕੀਏ। ਇਨ੍ਹਾਂ ਸ਼ਬਦਾਂ ਨਾਲ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।